ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਸੰਕਟ ਅਤੇ ਕਿਸਾਨ ਜਥੇਬੰਦੀਆਂ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ, ਪਰ ਉਹਨਾਂ ਦੇ ਮਸਲੇ ਹੱਲ ਹੋਣ ਦਾ ਨਾਮ ਨਹੀਂ ਲੈ ਰਹੇ। ਗੱਲ ਕਰੀਏ ਤਾਂ ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਅੱਜ ਜਿਹੜਾ ਦਿੱਲੀ ਜੰਤਰ ਮੰਤਰ 'ਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈ ਕਿਸਾਨ ਮਹਾਪੰਚਾਇਤ ਕੀਤੀ ਗਈ, ਇੱਕ ਇਕੱਠ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਉਹ ਕਿਸਾਨ ਜਥੇਬੰਦੀਆਂ ਕੌਣ ਸੀਗੀਆਂ, ਉਹਨਾਂ ਵੱਲੋਂ ਕੀ ਕੀ ਮੰਗਾਂ ਜਿਹੜੀਆਂ ਅੱਜ ਰੱਖੀਆਂ ਗਈਆਂ। ਅੱਜ ਦਾ ਜਿਹੜਾ ਦਿੱਲੀ ਦਾ ਇਕੱਠ ਸੀ ਉਹ ਇੱਕ ਨਵਾਂ ਮੋਰਚਾ ਦੇ ਨਾਂ 'ਤੇ ਉਹਨਾਂ ਨੇ ਬਣਾਇਆ, SKM ਬਰੈਕਟ 'ਚ ਲਿਖਿਆ ਗੈਰ ਰਾਜਨੀਤਿਕ। ਜੀ। ਔਰ ਉਹ ਜਿਹੜੇ ਪਹਿਲਾਂ 32 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚੋਂ ਇਕੱਠੀਆਂ ਹੋ ਕੇ ਕਿਸਾਨੀ ਸੰਘਰਸ਼ ਲੜਨ ਲਈ ਦਿੱਲੀ ਦੀਆਂ ਬਰੂਹਾਂ 'ਤੇ ਗਈਆਂ ਸੀ, ਜਿਹੜੀਆਂ ਲਗਭਗ 1 ਸਾਲ ਤੋਂ ਜ਼ਿਆਦਾ ਤੱਕ ਰਹੀਆਂ ਅਤੇ 3 ਕਾਨੂੰਨ ਵਾਪਸ ਹੋਣ ਤੋਂ ਬਾਅਦ ਫਿਰ ਵਾਪਸ ਆਈਆਂ ਸੀ। ਉਹਨਾਂ ਦੇ ਵਿੱਚੋਂ ਕੁਝ ਪੰਜਾਬ ਦੀਆਂ ਜਥੇਬੰਦੀਆਂ ਨੇ ਛੋਟੀਆਂ, ਜਿਹਦੇ 'ਚੋਂ ਮੇਨ ਸਿੱਧੂਪੁਰ ਗਰੁੱਪ ਹੈ, BKU ਸਿੱਧੂਪੁਰ, ਔਰ ਜਿਹਦੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ। ਔਰ ਬਾਕੀ ਜਿਹੜੇ ਇੱਕ ਪੁਰਾਣਾ ਬਣਿਆ ਹੋਇਆ ਦੇਸ਼ ਪੱਧਰ ਦੇ ਉੱਤੇ ਬਣਿਆ ਹੋਇਆ ਸੀ ਮਹਾਸੰਘ, ਕਿਸਾਨ ਮਹਾਸੰਘ ਦਾ ਜਿਹੜਾ ਮਾਮਲਾ, ਔਰ ਉਹ ਆਲ ਇੰਡੀਆ ਕਿਸਾਨ ਮਹਾਸੰਘ ਦੇ ਦਾਇਰੇ ਦੀਆਂ ਜਥੇਬੰਦੀਆਂ ਨੇ। ਉਹਨਾਂ ਦਾ ਕਹਿਣਾ ਅਸੀਂ 70-71 ਇਕੱਠੇ ਹਾਂ, ਜਿਨ੍ਹਾਂ ਨੇ ਅਪਰੋਚ ਇਹ ਲਈ ਹੈ ਕਿ ਪੋਲੀਟੀਕਲ ਧਿਰਾਂ ਜਿਹੜੀਆਂ ਨੇ ਜਾਂ ਸਿਆਸਤ ਨਾਲ ਸੰਬੰਧ ਰੱਖਣ ਵਾਲੇ ਜਾਂ ਸਿਆਸੀ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੀਆਂ ਜਥੇਬੰਦੀਆਂ ਤੋਂ ਅਸੀਂ ਨਿਰਲੇਪ ਹਾਂ। ਅਤੇ ਮੁੱਦਾ ਅੱਜ ਦਾ ਵੀ ਲਗਭਗ ਉਹੀ ਸੀ। ਇੱਕ ਤਾਂ ਮੇਨ ਮੁੱਦਾ ਲਖੀਮਪੁਰ ਖੀਰੀ ਸੀ, ਜਿਹੜਾ ਪਿੱਛੇ 3 ਦਿਨ ਦਾ ਜਿਹੜਾ ਧਰਨਾ ਲਖੀਮਪੁਰ ਖੀਰੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਲੱਗ ਕੇ ਆਇਆ। ਅਤੇ ਦੂਜੀ ਗੱਲ ਇਹਦੇ 'ਚ ਨਾਲ ਜੋੜੀ ਗਈ ਸੀ ਕਿਸਾਨੀ ਕਰਜ਼ੇ ਦਾ ਸਵਾਲ। ਤੀਜੀ ਸਵਾਲ ਇਹ ਜੋੜਿਆ ਗਿਆ ਸੀ ਸਵਾਮੀਨਾਥਨ ਰਿਪੋਰਟ ਸਹੀ ਰੂਪ 'ਚ ਲਾਗੂ ਕਰਨ ਦਾ ਸਵਾਲ, ਕਿ 50% ਲਾਗਤ ਦੇ ਉੱਤੇ 50% ਜੋੜ ਕੇ ਮੁਨਾਫਾ ਦੇਣ ਦੀ ਜਿਹੜੀ ਗੱਲ ਹੈ ਓਵਰਆਲ। ਔਰ ਇਸੇ ਤਰ੍ਹਾਂ ਬਾਕੀ ਦੀਆਂ ਮੰਗਾਂ ਜਿਹੜੀਆਂ ਕਿਸਾਨੀ ਦੀਆਂ ਉਸ ਨਾਲ ਸੰਬੰਧਿਤ ਨੇ, ਜਾਂ ਜਿਹੜੇ ਬਾਕੀ ਦੇ ਮੁਆਵਜ਼ੇ ਦੀਆਂ ਗੱਲਾਂ ਨੇ। ਔਰ ਅੱਜ ਵੀ ਕਾਫੀ ਵੱਡੀ ਗਿਣਤੀ 'ਚ ਕਿਸਾਨ ਉੱਥੇ ਗਏ। ਪਹਿਲਾਂ ਰਸਤੇ 'ਚ ਰੋਕਿਆ ਵੀ, ਰੋਕ ਦੇ ਬਾਵਜੂਦ ਉੱਥੇ ਮਤਲਬ ਜੰਤਰ ਮੰਤਰ 'ਤੇ ਗਏ। ਚੰਗਾ ਇਕੱਠ ਸੀਗਾ, ਜਿਵੇਂ ਲਖੀਮਪੁਰ ਖੀਰੀ ਵੀ ਚੰਗਾ ਇਕੱਠ ਸੀ। ਔਰ ਇਹਨਾਂ ਇਕੱਠਾਂ ਦੇ ਵਿੱਚ ਇੱਕੋ ਜਿਹੀਆਂ ਜਿਹੜੀਆਂ ਮੰਗਾਂ ਨੂੰ ਆਧਾਰ ਬਣਾ ਕੇ ਜਿਸ ਲੈਵਲ ਦਾ ਚੱਲੇ। ਔਰ ਤੀਜਾ, ਕੁਝ ਜਥੇਬੰਦੀਆਂ 4-5 ਜਥੇਬੰਦੀਆਂ ਨੇ ਰਾਜੇਵਾਲ ਵਾਲੀਆਂ ਨੇ ਅੱਜ ਕੱਲ੍ਹ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ। ਉਹ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਅਲੱਗ ਟਾਈਪ ਦੀ ਇੱਕ ਗੱਲ, ਮਤਲਬ ਉਸ ਰੂਪ ਦੇ ਵਿੱਚ ਇਹ ਚੀਜ਼ਾਂ ਨੇ। ਅੱਜ ਵਾਲੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਹੜੀ ਬਾਹਰ ਸੀ SKM ਤੋਂ, ਉਹਨੇ ਅੱਜ ਵਾਲਿਆਂ ਦੀ ਹਮਾਇਤ ਕੀਤੀ ਸੀ। ਅਤੇ ਇੱਦੋਂ ਪਹਿਲਾਂ ਜਿਵੇਂ ਉਗਰਾਹਾਂ ਗਰੁੱਪ SKM ਦੇ ਵਿੱਚ ਹੀ ਹੋਣ ਕਰਕੇ ਉਹ ਉੱਧਰ ਛੱਡ ਗਿਆ ਸੀ, ਪਹਿਲਾਂ ਪੰਜਾਬ ਦੀਆਂ 32 ਚੋਂ ਬਾਹਰ ਸੀ। ਇਹ ਇੱਕ ਮਾਹੌਲ ਹੈ ਜਿਹੜਾ ਪੰਜਾਬ ਦੀਆਂ ਜਥੇਬੰਦੀਆਂ ਨੇ ਅੱਜ ਤੱਕ ਸਾਡੇ ਮਾਮਲੇ 'ਚ ਹੁੰਦਾ। ਉਹਨਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਾ, ਔਰ ਦੇਣਗੇ, ਕਦੋਂ ਦੇਣਗੇ ਹੁਣ ਉਦੋਂ ਬਾਅਦ ਅਜੇ ਚੱਲ ਰਿਹਾ ਪ੍ਰੋਸੈਸ ਸੀ ਕੀ ਹੋਣਾ ਕੀ ਨਹੀਂ ਹੋਣਾ। ਪਰ ਇਹ ਮੁੱਦੇ ਕਿਸਾਨੀ ਦੇ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ ਅਜੇ ਵੀ। ਜੀ ਹਮੀਰ ਜੀ, ਇੱਕ ਪਿਛਲੇ ਕੁਝ ਸਮੇਂ ਤੋਂ ਗਊਆਂ ਦੇ ਵਿੱਚ ਜਿਹੜਾ ਹੈਗਾ ਲੰਪੀ ਸਕਿਨ ਦੀ ਇੱਕ ਬਿਮਾਰੀ ਸਾਹਮਣੇ ਆਈ ਸੀ, ਅਤੇ ਉਸ ਦੇ ਨਾਲ ਹੀ ਹੁਣ ਸੂਰਾਂ 'ਚ ਵੀ ਇੱਕ ਨਵੀਂ ਕਿਸਮ ਦਾ ਵਾਇਰਲ ਜਿਹੜਾ ਹੈਗਾ ਵਾਇਰਸ ਕਹਿ ਦਈਏ ਉਹ ਦੇਖਣ ਨੂੰ ਮਿਲ ਰਿਹਾ। ਅਸੀਂ ਜਾਣਨਾ ਚਾਹਾਂਗੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਇਸ ਬਾਰੇ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਤਿਆਰ ਕੀਤੀ ਗਈ ਹੈ, ਕੀ ਪਲੈਨਿੰਗ ਕੀਤੀ ਗਈ ਹੈ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਇਹਦੇ 'ਚ ਇਹ ਬਹੁਤ ਵੱਡੇ ਹੁਣ ਅੱਜ ਕੱਲ੍ਹ ਵਾਇਰਸ ਆ ਰਹੇ ਨੇ, ਜਿਵੇਂ ਕਰੋਨਾ ਦਾ ਵਾਇਰਸ ਇਹ ਕਹਿ ਰਹੇ ਸੀ ਪਹਿਲਾਂ, ਅੱਜ ਕੱਲ੍ਹ ਹੁਣ ਪਸ਼ੂਆਂ ਦਾ। ਇਹਨੂੰ ਤਾਂ ਜਿਹੜੀ ਲੰਪੀ ਸਕਿਨ ਦੀ ਗੱਲ ਕਰਦੇ ਨੇ, ਉਹਦਾ ਜ਼ਿਆਦਾ ਮਾਰ ਉਹਦੀ ਪਈ ਹੈ ਗਊਆਂ 'ਤੇ। ਜਿਵੇਂ ਪੰਜਾਬ ਦੇ ਵਿੱਚ ਇੱਕ ਸਰਵੇ ਦੇ ਮੁਤਾਬਕ, ਇੱਕ ਸੈਂਸਸ ਦੇ ਮੁਤਾਬਕ, ਇਹ 2019 ਦੇ ਲਗਭਗ ਦੀ ਰਿਪੋਰਟ ਹੈ ਕਿ ਲਗਭਗ 25.5 ਲੱਖ ਦੇ ਕਰੀਬ ਗਊ ਹੈ ਜਿਹੜੀਆਂ ਇਸ ਸਮੇਂ ਨੇ। ਔਰ ਅੰਦਾਜ਼ਾ ਇਹ ਲਾਇਆ ਗਿਆ ਪੰਜਾਬ ਦੀ ਸਰਕਾਰ 'ਚ, ਇਹ ਬਹੁਤ ਥੋੜ੍ਹੇ ਫਿਗਰ ਦੱਸਦੀ ਹੈ, ਪਰ ਜਿਹੜੀ ਫਿਗਰ ਜਥੇਬੰਦੀਆਂ ਦੱਸ ਰਹੀਆਂ ਨੇ ਜਾਂ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਨੇ ਦੱਸੀ ਹੈ, ਉਹ ਇਹਨੂੰ ਬਹੁਤ ਵੱਡੀ 1 ਲੱਖ ਤੋਂ ਜ਼ਿਆਦਾ, ਕੋਈ 1.25 ਲੱਖ ਕਹਿ ਰਿਹਾ, ਕੋਈ ਲੱਖ ਕਹਿ ਰਿਹਾ ਕਿ ਪਸ਼ੂ ਦੇ ਮਰ ਜਾਣ ਦੀ ਜਿਹੜੀ ਇੱਕ ਉਹ ਹੈ, ਮਤਲਬ ਉਹਨਾਂ ਦਾ ਅੰਦਾਜ਼ਾ ਹੈ, ਉਹਨਾਂ ਦਾ ਅਨੁਮਾਨ ਹੈ। ਅਤੇ ਕਿੰਨੀ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਹੋਰ ਅਜੇ ਬਿਮਾਰ ਚੱਲ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਤੇ ਇਹ ਉਸ ਪਾਸੇ ਦੀ ਹੈ। ਔਰ ਇਹਦੇ ਬਾਰੇ ਗੌਰਮੈਂਟ ਇਹ ਕਹਿ ਚੁੱਕੀ ਹੈ, ਹੁਣ ਤੱਕ ਇੱਕ ਮੀਟਿੰਗ ਵੀ ਹੋ ਚੁੱਕੀ ਹੈ। ਕਹਿੰਦੇ ਗੌਰਮੈਂਟ ਆਫ ਇੰਡੀਆ ਨੂੰ ਵੀ ਇਹਨਾਂ ਨੇ ਕਿਹਾ ਸੀ, ਉਹ ਕਹਿੰਦੇ ਨੇ ਮਰੇ ਪਸ਼ੂਆਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਣਾ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਉਹਨਾਂ ਪਸ਼ੂਆਂ ਨੂੰ ਦੱਬਣ ਦਾ ਮਾਮਲਾ ਹੈ, ਉਹ ਵੀ ਬਹੁਤ ਵੱਡਾ ਸੰਕਟ ਹੈ।
ਇਹਨਾਂ ਨੇ ਪੰਚਾਇਤਾਂ ਨੂੰ ਚਾਹੇ ਕਹਿਤਾ ਕਿ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਜੀ 3700 ਰੁਪਏ ਜਾਂ ਫਲਾਨਾ ਤੁਸੀਂ ਉਹ ਕਰੋ, ਪਰ ਉਹ ਬਹੁਤ ਸੰਕਟ ਅਜੇ ਵੀ ਸੰਕਟ ਹੈ। ਕਿਉਂਕਿ ਜੇਕਰ ਉਹ ਜਿਹਨੂੰ ਹੱਡਾ ਰੋੜੀ ਕਹਿੰਦੇ ਨੇ, ਕਾਲਗਾ ਰੋੜੀ 'ਚ ਐਵੇਂ ਸਿੱਟਦੇ ਨੇ ਤਾਂ ਇੱਕ ਖਤਰਾ ਹੈ ਕਿ ਹੋਰ ਕੁੱਤੇ ਜਾਂ ਹੋਰ ਪਸ਼ੂ ਪੰਛੀ ਜਿਹੜੇ ਆਪਸ 'ਚ ਹੀ ਮਾਸਕ ਉਹਦਾ ਖਾਣਗੇ ਤੇ ਉਹਦੇ ਨਾਲ ਵੀ ਬਿਮਾਰੀ ਅੱਗੇ ਵਧਣ ਦੀ ਕੋਈ ਸੰਭਾਵਨਾ ਇਸ ਲੈਵਲ ਦੀ ਹੈ। ਔਰ ਇਹ ਸੰਕਟ ਨਾਲ ਵੀ ਜੂਝ ਰਹੇ ਨੇ। ਲੋਕਾਂ ਦੀਆਂ ਲੱਖਾਂ ਲੱਖਾਂ ਰੁਪਏ ਦੀਆਂ ਜਿਹੜੀਆਂ ਗਊਆਂ ਨੇ ਜਦੋਂ ਮਰ ਗਈਆਂ ਤੇ ਸਰਕਾਰਾਂ ਹੱਥ ਖੜੇ ਕਰ ਦੇਣ ਕਿ ਕੋਈ ਮੁਆਵਜ਼ਾ ਨਹੀਂ ਮਿਲੇਗਾ, ਤਾਂ ਐਦੋਂ ਮਾੜੀ ਹਾਲਤ ਨਹੀਂ ਦਿਖਾਈ ਦੇ ਰਹੀ ਕਿਸੇ ਵੀ ਰੂਪ ਦੇ ਵਿੱਚ। ਔਰ ਨਾਲ ਦੀ ਨਾਲ ਦੂਜਾ ਜਿਹੜਾ ਇੱਕ ਪਹਿਲੂ ਇਹਦੇ ਨਾਲ ਜੁੜ ਗਿਆ ਕਿ ਹੁਣ ਸੂਰਾਂ 'ਤੇ ਵੀ ਉਹ ਬਿਮਾਰੀ ਪੈ ਗਈ। ਇਹ ਸਾਰੀਆਂ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਨੇ। ਜਦੋਂ ਗੌਰਮੈਂਟਾਂ ਇਹ ਕਹਿੰਦੀਆਂ ਨੇ ਕਿ ਅਸੀਂ ਕਣਕ ਝੋਨੇ 'ਚੋਂ ਬਾਹਰ ਨਿਕਲਣਾ, ਸਹਾਇਕ ਧੰਦਿਆਂ ਵੱਲ ਲਾਓ ਤਾਂ ਕਿ ਉਸ ਪਾਸੇ ਵੱਲ ਤੁਹਾਡਾ ਇਨਕਮ ਵੱਧ ਜਾਏਗੀ, ਤਾਂ ਖੇਤੀ ਲਾਹੇਵੰਦੀ ਹੋ ਜਾਏਗੀ ਜਾਂ ਖੇਤੀ ਨਾਲ ਜੁੜਿਆ ਕਿਸਾਨ ਦਾ ਆਮਦਨ ਵੱਧ ਜਾਏਗੀ। ਪਰ ਜਦੋਂ ਇਹ ਸਹਾਇਕ ਧੰਦੇ ਜਿਹੜੇ ਵੱਡੇ ਧੰਦੇ ਨੇ, ਇਹ ਤਾਂ ਖਾਸ ਤੌਰ 'ਤੇ ਜਿਹੜੀਆਂ ਗਊਆਂ ਦਾ ਮਾਮਲਾ ਹੈ, ਇਹ ਤਾਂ ਲੱਖਾਂ ਕਿਸਾਨ ਕਰਦਾ ਹੈ। ਮਤਲਬ ਵੱਡੇ ਕਿਸਾਨ ਵੀ, ਵੱਡੇ ਡੇਅਰੀ ਫਾਰਮਰ ਵੀ ਨੇ, ਬਹੁਤ ਛੋਟੇ ਛੋਟੇ ਕਿਸਾਨ ਵੀ, ਮਜ਼ਦੂਰ, ਬੇਜ਼ਮੀਨ ਨੇ, ਬਹੁਤ ਵੱਡੇ ਪੱਧਰ ਦੇ ਉੱਤੇ ਇਹ ਮਤਲਬ ਦੁੱਧ ਪਾ ਕੇ ਗੁਜ਼ਾਰਾ ਹੁੰਦਾ। ਖੇਤੀ ਦੀ ਟੋਟਲ ਆਮਦਨ ਜਿੰਨੀ ਹੁੰਦੀ ਹੈ ਸਾਡੇ, ਜਿੰਨੀ ਕੁੱਲ ਪੈਦਾਵਾਰ ਹੁੰਦੀ ਹੈ GSDP ਦੇ ਵਿੱਚ, ਉਹਦਾ ਤੀਜਾ ਹਿੱਸਾ ਇਹਨਾਂ ਦੁੱਧਾਂ ਵਾਲੇ ਪਸ਼ੂਆਂ ਤੋਂ ਆਉਂਦਾ ਹੈ। ਬਹੁਤ ਵੱਡਾ ਇੱਕ ਮਾਰਜਨ ਹੈ। ਦੂਜਾ ਇੱਕ ਪਹਿਲੂ ਕਿੱਤੇ ਦੇ ਤੌਰ 'ਤੇ ਸੂਰਾਂ ਦਾ ਸੀ ਕਿ ਉਹ ਕਰੋ, ਔਰ ਇੱਕ ਅੰਦਾਜ਼ਾ ਆਇਆ ਗਿਆ ਕਿ 55,000 ਸੂਰ ਜਿਹੜੇ ਨੇ ਉਹ ਰੱਖੇ ਹੋਏ ਨੇ ਲੋਕਾਂ ਨੇ। ਪਾਲੋ, ਪਾਲ ਕੇ ਵੇਚੋ ਤੇ ਤਾਂ ਕਿ ਉਹ ਤੁਹਾਡੀ ਆਮਦਨ ਵਧੇਗੀ। ਸੂਰਾਂ ਦੇ ਵਿੱਚ ਵੀ ਇੱਕ ਵਾਇਰਸ ਆ ਗਿਆ ਤੇ ਉਹ ਵੀ ਮਰ ਰਹੇ ਨੇ। ਹੁਣ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਜਿਹੜੇ ਸੂਰਾਂ ਨੂੰ ਬਿਮਾਰੀ ਪੈਗੀ ਉਹ ਮਾਰੇ ਜਾਣਗੇ ਤੇ ਨਾਲ ਦੀ ਨਾਲ ਮਾਰਨ 'ਤੇ ਉਹਨਾਂ ਨੂੰ ਜਿਹੜੇ ਉਹਨੇ ਇੱਕ ਮੁਆਵਜ਼ਾ ਜ਼ਰੂਰ ਦਿੱਤਾ ਜਾਊਗਾ, ਇੱਕ ਰਾਹਤ ਦਿੱਤੀ ਜਾਊਗੀ। ਇੱਕ ਚੰਗੀ ਗੱਲ ਹੈ ਰਾਹਤ ਦੇਣਾ, ਪਰ ਕਿੰਨੀ ਦੇਣਗੇ, ਉਹਦਾ ਮੁੱਲ ਕੀ ਹੈ, ਕੀ ਉਹ ਭਰਪਾਈ ਕਰਨਗੇ, ਮੁਆਵਜ਼ਾ ਦੇਣਗੇ, ਮੁਆਵਜ਼ੇ ਦਾ ਮਤਲਬ ਹੈ ਪੂਰਾ ਕੰਪਨਸੇਸ਼ਨ ਜਾਂ ਰਾਹਤ ਦੇਣਗੇ। ਅਜੇ ਤੱਕ ਕੋਈ ਬਹੁਤ ਜ਼ਿਆਦਾ ਕਲੈਰਿਟੀ ਨਹੀਂ। ਕਿੰਨੇ ਪੈਸੇ ਦੇਣੇ ਨੇ, ਕਿਸੇ ਨੂੰ ਦਿੱਤਾ ਹੈ ਨਹੀਂ ਦਿੱਤਾ, ਕੋਈ ਇਸ ਲੈਵਲ ਦੀ ਅੰਕੜਾ ਇਕੱਠਾ ਕੌਣ ਕਰ ਰਿਹਾ, ਇਹ ਵੀ ਅਜੇ ਦੁਬਿਧਾ ਦਾ ਸਵਾਲ ਹੈ। ਪਰ ਜੇ ਸੂਰਾਂ ਦੇ ਮਰਨ ਦੇ ਲਈ ਮਤਲਬ ਤੁਸੀਂ ਇਹ ਐਲਾਨ ਕਰਦੇ ਹੋ ਕਿ ਉਹ ਦੇਣਾ ਹੈ, ਔਰ ਜਿਹੜਾ ਕਿ ਇੱਕ ਚੰਗੀ ਗੱਲ ਹੈ, ਦੇਣਾ ਹੀ ਚਾਹੀਦਾ ਸੰਕਟ ਦੇ ਸਮੇਂ 'ਚ। ਸਰਕਾਰਾਂ ਕਾਹਦੇ ਲਈ ਹੁੰਦੀਆਂ ਨੇ? ਤਾਂ ਫਿਰ ਗਊਆਂ ਦੇ ਮਰਨ ਵਾਲਿਆਂ ਨੂੰ ਕਿਉਂ ਨਹੀਂ ਕੰਪਨਸੇਟ ਕਰਨਾ, ਕਿਉਂ ਮੁਆਵਜ਼ਾ ਨਹੀਂ ਦੇਣਾ? ਇਹਦੀ ਦਲੀਲ ਕੀ ਹੈ? ਇਹਦੇ ਪਿੱਛੇ ਗੌਰਮੈਂਟ ਨੂੰ ਸਾਂਝੀ ਕਰਨੀ ਚਾਹੀਦੀ ਹੈ ਲੋਕਾਂ ਦੇ ਨਾਲ ਜਾਂ ਬਾਕੀ ਦੇ, ਔਰ ਉਹਨਾਂ ਨੂੰ ਵੀ ਦੇਣਾ ਚਾਹੀਦਾ। ਔਰ ਇੱਕ ਸਭ ਤੋਂ ਬੜੀ ਗੱਲ ਇਹ ਵੀ ਹੈ ਕਿ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਟੋਟਲ, ਔਰ ਇਹਦੇ 'ਤੇ ਕੋਈ ਬਹੁਤ ਵੱਡਾ ਕੋਈ ਸਰਕਾਰ ਨੂੰ ਚੁਣੌਤੀ ਦਿੱਤੀ ਹੋਵੇ, ਇੱਥੇ ਕੋਈ ਵੱਡਾ ਧਰਨਾ ਲਾਇਆ ਹੋਵੇ, ਇਹਦੇ ਕੋਈ ਵੱਡਾ ਮਤਲਬ ਕੋਈ ਐਲਾਨ ਕੀਤਾ ਹੋਵੇ ਕਿ ਜੇ ਤੁਸੀਂ ਇਹ ਨਹੀਂ ਦਿੰਦੇ, ਇਹ ਮਿਸਿੰਗ ਨਜ਼ਰ ਆ ਰਿਹਾ ਹੈ। ਇਹ ਫਿਰ ਇਕੱਲਾ ਕੋਈ ਦੁੱਧੀ ਯੂਨੀਅਨ, ਕੋਈ ਡੇਅਰੀ ਯੂਨੀਅਨ, ਮਤਲਬ ਜਿਹੜੀ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ, ਉਹਨੇ 24 ਤਰੀਕ ਨੂੰ ਕਿਹਾ ਹੋਇਆ ਕਿ ਅਸੀਂ ਲੁਧਿਆਣੇ 'ਚ ਕਰਾਂਗੇ, ਪ੍ਰੋਟੈਸਟ ਕਰਾਂਗੇ, ਤਾਂ ਫਿਰ ਕੀ ਇਹ ਉਹਨਾਂ ਦਾ ਉਨਾ ਕੁ ਰਹਿ ਜਾਂਦਾ? ਇਹ ਖੇਤੀ ਦੇ ਸਮੁੱਚਤਾ ਦਾ ਹਿੱਸਾ ਨਹੀਂ ਹੈ, ਇਹ ਕਿਸਾਨੀ ਦੀ ਆਮਦਨ ਦਾ ਹਿੱਸਾ ਨਹੀਂ ਹੈ। ਇਹ ਅੱਗੇ ਭਵਿੱਖ ਦੇ ਲਈ ਕਿਸਾਨ ਜਾਂ ਮਜ਼ਦੂਰ ਇਹਦੇ ਨਾਲ ਕਿਉਂ ਨਹੀਂ ਜੁੜਿਆ ਹੋਇਆ? ਤਾਂ ਜਥੇਬੰਦੀਆਂ ਨੂੰ ਵੀ ਇਹਦੇ 'ਤੇ ਜਿਸ ਸਿੱਧਤ ਦੇ ਨਾਲ ਜਿੱਡਾ ਵੱਡਾ ਇਹ ਮਾਮਲਾ ਆ ਗਿਆ, ਓਡੇ ਵੱਡੇ ਰਿਸਪੌਂਸ ਦੀ, ਹੁੰਗਾਰੇ ਦੀ ਜਿਹੜੀ ਉਮੀਦ ਸੀ, ਉਹ ਓਨੀ ਨਹੀਂ ਦਿਖਾਈ ਦਿੱਤੀ ਕਿਤੇ। ਜੀ ਹਮੀਰ ਜੀ, ਇਸ ਦੇ ਨਾਲ ਹੀ ਗੱਲ ਕਰੀਏ ਮੁਆਵਜ਼ੇ ਦੀ, ਤਾਂ ਕਿਸਾਨਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਦੇਣ ਲਈ ਵੀ ਪੰਜਾਬ ਸਰਕਾਰ ਵੱਲੋਂ ਕਈ ਵਾਰ ਐਲਾਨ ਕੀਤਾ ਗਿਆ। ਜਦੋਂ ਫਸਲਾਂ ਦੀ ਖਰਾਬੇ ਦੀ ਗੱਲ ਆਉਂਦੀ ਹੈ, ਚਾਹੇ ਚਿੱਟੀ ਮੱਖੀ ਕਰਕੇ ਹੈ, ਚਾਹੇ ਗੁਲਾਬੀ ਮੱਖੀ ਕਰਕੇ, ਮੀਂਹ ਕਰਕੇ, ਹੜ੍ਹਾਂ ਕਰਕੇ, ਵਧੇਰੇ ਵਾਰ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਖਰਾਬ ਹੋ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਖੁਦਕੁਸ਼ੀ ਤੱਕ ਕਰਨੀ ਪੈਂਦੀ ਹੈ। ਪਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਮੁਆਵਜ਼ੇ ਦੀ ਗੱਲ ਕਰਦੀ ਸੀ। ਅਸੀਂ ਜਾਣਨਾ ਚਾਹਾਂਗੇ ਅੱਜ ਉਸ ਦੀ ਹਕੀਕਤ ਕੀ ਹੈ? ਕੀ ਸਰਕਾਰ ਜਿੰਨੀ ਮੰਗ ਕਰਦੀ ਸੀ ਅੱਜ ਉਹਨਾਂ ਮੁਆਵਜ਼ਾ ਦੇ ਰਹੀ ਹੈ ਕਿਸਾਨਾਂ ਨੂੰ, ਜਾਂ ਕਿਸ ਤਰ੍ਹਾਂ ਜਿਹੜਾ ਹੈ ਮੁਆਵਜ਼ਾ ਦਿੱਤਾ ਜਾ ਰਿਹਾ? ਨਹੀਂ, ਪਹਿਲਾਂ ਤਾਂ ਮੰਗ 51,000 ਦੀ ਕੀਤੀ ਜਾ ਰਹੀ ਸੀ। ਪਹਿਲਾਂ ਉਹ ਕਹਿ ਰਹੇ ਸੀ 21,000 ਅਸੀਂ ਦੇ ਰਹੇ ਹਾਂ, 51,000 ਦੇਣਾ ਚਾਹੀਦਾ ਹੈ, ਜੇ ਬਹੁਤ ਸਾਰਾ ਕੁਝ ਚੱਲਦਾ ਸੀ। ਪਰ ਤੁਸੀਂ ਦੇਖੋ ਕਿ ਜਦੋਂ ਸੰਕਟ ਦਰ ਸੰਕਟ ਵੱਧ ਰਿਹਾ ਘਰਾਂ ਦੇ ਵਿੱਚ, ਕਿਸਾਨੀ ਪਰਿਵਾਰਾਂ, ਮਜ਼ਦੂਰਾਂ ਦੇ ਪਰਿਵਾਰਾਂ ਦੇ ਵਿੱਚ, ਹੁਣ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਨਰਮਾ ਜਿਹੜੀ ਪੀਲੀ ਸੁੰਡੀ ਹੈ ਉਹਦੇ ਨਾਲ, ਫਿਰ ਚਿੱਟੀ ਮੱਖੀ ਦੇ ਆ ਗਿਆ ਉਹਦੇ ਨਾਲ ਹੋ ਗਿਆ, ਫਿਰ ਹੜ੍ਹਾਂ ਦੇ ਨਾਲ ਮਰ ਗਿਆ। ਹੁਣ ਲੇਟੈਸਟ ਇੱਕ ਆ ਗਿਆ ਕਿ ਝੋਨੇ ਦੇ ਉੱਤੇ ਵੀ ਇੱਕ ਸੁੰਡੀ ਪੈਣੀ ਸ਼ੁਰੂ ਹੋ ਗਈ। ਝੋਨੇ ਦੀ ਵੀ ਖਰਾਬੀ ਜਿਹੜੀ ਸਟਾਰਟ ਹੋ ਗਈ ਹੈ ਉਹ ਆਉਣਾ ਪਿਛਲੇ ਦਿਨਾਂ ਤੋਂ, ਇਹਨਾਂ ਦਿਨਾਂ 'ਚ ਅੱਜ ਕੱਲ੍ਹ ਹੀ ਰਿਪੋਰਟਾਂ ਛਪੀਆਂ ਨੇ।
ਤੇ ਜਦੋਂ ਇਸ ਪੱਧਰ ਦਾ ਇੱਕ ਮਾਹੌਲ ਇਹ 'ਚ ਕਿਸੇ ਕਿਸਾਨ ਦਾ ਤਾਂ ਕਸੂਰ ਨਹੀਂ ਹੈ ਜੀ ਬਿਲਕੁਲ। ਇਹ ਕਿਸੇ ਨਾ ਕਿਸੇ ਰੂਪ 'ਚ ਕਿਸੇ ਵਾਇਰਸ ਦਾ, ਕਿਸੇ ਕਲਾਈਮੇਟ ਦਾ, ਕਿਸੇ ਬਾਕੀ ਚੀਜ਼ਾਂ ਦਾ ਕਸੂਰ ਹੈ ਨਾ। ਤੇ ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ? ਜੇ ਫਸਲੀ ਬੀਮਾ ਯੋਜਨਾ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਚਲਾਈ ਸੀ, ਜਿਹੜੀ ਬਾਕੀ ਸੂਬਿਆਂ 'ਚ ਫਲੋਪ ਹੋ ਗਈ, ਇੱਥੇ ਪੰਜਾਬ ਨੇ ਨਹੀਂ ਅਪਣਾਈ, ਤਾਂ ਕੀ ਇਹ ਫਿਰ ਠੱਪ ਕਰ ਦੇਣਾ? ਹੋਰ ਕੋਈ ਤਰੀਕਾ ਨਹੀਂ ਅਪਣਾਉਣਾ? ਜੀ ਕੀ ਇਹ ਚੀਜ਼ਾਂ ਜੇ ਪੁਰਾਣੇ ਜ਼ਮਾਨੇ ਦਾ ਕੋਈ ਮਤਲਬ ਤੁਹਾਡਾ ਡਿਜ਼ਾਸਟਰ ਮੈਨੇਜਮੈਂਟ ਐਕਟ ਬਣਾਇਆ ਹੋਇਆ ਹੈ, ਜੇ ਨਵੇਂ ਹਾਲਾਤ ਦੇ ਮੁਤਾਬਕ ਚੀਜ਼ਾਂ ਖਰਾਬ ਹੋ ਰਹੀਆਂ ਨੇ ਤਾਂ ਉਹਦੇ 'ਚ ਸੋਧ ਕਰਨ ਦੀ ਜ਼ਰੂਰਤ ਨਹੀਂ ਹੈ? ਜੀ ਕਿਸਾਨੀ ਨੂੰ ਜਾਂ ਮਜ਼ਦੂਰਾਂ ਨੂੰ ਉਸ ਲੈਵਲ ਦੀ ਹੈਲਪ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ? ਇਹ ਸਾਰੇ ਮੁੱਦੇ ਇਸ ਪੱਧਰ ਦੇ ਉੱਤੇ ਡਿਬੇਟ 'ਚੋਂ ਹੀ ਗਾਇਬ ਨੇ, ਇਹ ਨੈਰੇਟਿਵ 'ਚੋਂ ਗਾਇਬ ਨੇ। ਜਿਹੜਾ ਡਿਬੇਟ ਚੱਲ ਰਹੀ ਹੈ, ਡਿਬੇਟ ਇਹ ਹੈ ਕਿਹਦੇ CBI ਆ ਗਈ, ਕਿਹਦੇ ED ਆ ਗਈ, ਕਿਹਦਾ ਨਹੀਂ ਹੋ ਗਿਆ। ਜਿਹੜੇ ਰੀਅਲ ਸੈਂਸ ਦੇ ਵਿੱਚ ਦੁੱਖ ਨੇ, ਜਿਹਨੂੰ ਪੀ ਸਾਈਨਾਥ ਕਹਿੰਦਾ ਬਾਰ-ਬਾਰ ਕਿ ਜਿਹੜਾ ਇਹ ਖੇਤੀ ਦਾ ਸੰਕਟ ਹੈ ਜਾਂ ਕਿਸਾਨੀ ਦਾ, ਖੇਤੀ ਤੇ ਕਿਸਾਨੀ ਦਾ ਸੰਕਟ ਨਹੀਂ, ਇਹ ਸਿਵਲਾਈਜੇਸ਼ਨ ਦਾ ਸੰਕਟ ਹੈ, ਇਹ ਸੱਭਿਅਤਾ ਦਾ ਸੰਕਟ ਹੈ। ਸੱਭਿਅਤਾ ਦਾ ਸੰਕਟ ਦਾ ਮਤਲਬ ਇਹ ਹੈ ਕਿ ਜਦੋਂ ਦੇਖਦੇ ਹੋਏ ਵੀ ਨਜ਼ਰਅੰਦਾਜ਼ ਕਰਨ ਲੱਗ ਜਾਓ ਤੁਸੀਂ ਚੀਜ਼ਾਂ, ਕਰਜ਼ੇ ਦੇ ਬੋਝ ਹੇਠ ਖੁਦਕਸ਼ੀਆਂ ਹੋ ਰਹੀਆਂ ਹੋਣ ਔਰ ਉਹ ਖੁਦਕਸ਼ੀਆਂ ਵੱਲ ਤੇ ਕੋਈ ਬਿਆਨ ਨਾ ਆਉਂਦਾ ਹੋਵੇ। ਹੁਣ ਚੋਣਾਂ ਤੋਂ ਪਹਿਲਾਂ ਸਾਰੇ ਕਹਿੰਦੇ ਨੇ ਥੋੜ੍ਹੇ ਮਹੀਨੇ ਰੁਕ ਜਾਓ, ਜਦੋਂ ਅਸੀਂ ਆ ਗਏ ਤੁਹਾਨੂੰ ਖੁਦਕਸ਼ੀ ਨਹੀਂ ਕਰਨੀ ਪਏਗੀ, ਕਿਉਂਕਿ ਤੁਹਾਡਾ ਕਰਜ਼ਾ ਹੀ ਨਹੀਂ ਰਹੂਗਾ, ਕਿਉਂਕਿ ਤੁਹਾਨੂੰ ਮੁਆਵਜ਼ਾ ਇੰਨਾ ਮਿਲਣਾ ਸ਼ੁਰੂ ਹੋ ਜੂ, ਕਿਉਂਕਿ ਤੁਹਾਡੀ ਫਸਲਾਂ ਦਾ ਰੇਟ ਇਹ ਹੋ ਜੂ। ਪਰ ਉਦੋਂ ਬਾਅਦ ਸੱਤਾ 'ਤੇ ਆਉਣ ਤੋਂ ਬਾਅਦ ਕੀ ਹੋ ਜਾਂਦਾ? ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੀ 24 ਤਰੀਕ ਨੂੰ ਆ ਰਹੇ ਨੇ ਜੀ। ਉਹਨਾਂ ਨੂੰ ਵੀ ਦੇਸ਼ ਦੇ ਕਿਸਾਨ ਦੀ ਹਾਲਾਤ ਉਸ ਲੈਵਲ 'ਤੇ ਪਤਾ ਹੈ ਔਰ ਪੰਜਾਬ ਦੀ ਸਰਕਾਰ ਨੂੰ ਵੀ ਉਸ ਪੱਧਰ ਦੇ ਉੱਤੇ ਪਤਾ ਹੈ। ਇਹਦੇ 'ਤੇ ਇਹ ਜਿਹੜਾ ਬਿਰਤਾਂਤ ਸਿਰਜਿਆ ਸੀ ਕਿਸਾਨ ਅੰਦੋਲਨ ਨੇ ਇੱਕ ਟੋਟਲੀ, ਕਿ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਦੇ ਰਹਿੰਦੇ ਕਿਸਾਨੀ ਕਰਜ਼ਾ ਮਾਫ ਹੋਏ ਤੇ ਤੋਂ ਬਿਨਾਂ ਇੱਕ ਵਾਰ, ਤੇ ਜਾਂ ਫਸਲਾਂ 'ਤੇ ਘੱਟੋ ਘੱਟ ਕਾਨੂੰਨੀ ਗਰੰਟੀ MSP 'ਤੇ ਮਿਲੇ ਤੋਂ ਬਿਨਾਂ, ਉਹ ਸਾਰੀਆਂ ਚੀਜ਼ਾਂ, ਜਾਂ ਕੁਝ ਜਿਹੜੇ ਮਾਹਰ ਇਹ ਕਹਿੰਦੇ ਨੇ ਕਿ ਘੱਟੋ ਘੱਟ ਆਮਦਨ ਦੀ ਗਰੰਟੀ ਤੋਂ ਬਿਨਾਂ ਇਹੋ ਜਿਹਾ ਕੋਈ ਕਮਿਸ਼ਨ ਬਣੇ, ਉਹਦੇ ਤੋਂ ਬਿਨਾਂ ਕੋਈ ਸਰਦਾ ਹੀ ਨਹੀਂ। ਇਹ ਜਿਹੜੀ ਮੰਗਾਂ ਨੇ ਜਾਂ ਇਹ ਜਿਹੜੇ ਮਸਲੇ ਨੇ, ਇਹਨਾਂ ਦਾ ਬਿਰਤਾਂਤ ਕੌਣ ਸਿਰਜੂਗਾ? ਜੀ ਬਿਲਕੁਲ। ਇਹ ਕਿੱਥੋਂ ਆਉਣਗੇ? ਇਹ ਕੀ ਅਨਐਡਰੈਸਟ ਹੋਣਗੇ? ਹੁਣ ਜਿਹੜੇ ਘਰਾਂ ਦੇ ਵਿੱਚ 70 ਵਿਸ਼ੇ ਨੇ, ਖੁਦਕਸ਼ੀਆਂ ਹੋ ਰਹੀਆਂ ਨੇ ਔਰ ਕਿੰਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਤੁਸੀਂ ਰਾਹਤ ਨਹੀਂ ਦੇ ਰਹੇ। 3 ਲੱਖ ਦੀ ਜਿਹੜੀ ਬਣਾਈ ਹੋਈ ਘੱਟੋ ਘੱਟ ਤੁਹਾਡੇ ਐਲਾਨ ਨੇ, ਤੁਹਾਡੀ ਇੱਕ ਪਾਲਿਸੀ ਆ, ਉਹ ਵੀ ਲਾਗੂ ਨਹੀਂ ਹੋ ਰਹੀ। ਔਰ ਇਹ ਕਿਸੇ ਅਖਬਾਰ ਦੀ ਖਬਰ ਦਾ, ਕਿਸੇ TV ਦੀ ਖਬਰ ਦਾ, ਕਿਸੇ ਬੌਧਿਕ ਸਿਸਟਮ ਦਾ ਜਾਂ ਜਨਤਕ ਤੌਰ 'ਤੇ ਇੱਕ ਬਿਰਤਾਂਤ ਦਾ ਹਿੱਸਾ ਵੀ ਨਹੀਂ ਹੈ। ਜੀ ਕੀ ਇਹਨਾਂ ਨੂੰ ਛੱਡ ਦਿੱਤਾ ਜਾਏਗਾ? ਇਹਨੂੰ ਕਹਿੰਦੇ ਨੇ ਸਿਵਲਾਈਜੇਸ਼ਨ ਦਾ ਕ੍ਰਾਈਸਿਸ, ਸੱਭਿਅਤਾ ਦਾ ਕ੍ਰਾਈਸਿਸ, ਕਿ ਬੰਦੇ ਮਰ ਰਹੇ ਹੋਣ, 70 ਵਿਸਦੇ ਹੋਣ ਤੇ ਸਾਨੂੰ ਚੈਨ ਦੀ ਨੀਂਦ ਆਉਂਦੀ ਹੈ। ਸਾਡਾ ਉਹ ਮੁੱਦਾ ਵੀ ਨਹੀਂ ਬਣਦਾ। ਜੀ ਇਸ ਕਰਕੇ ਵੱਡਾ ਮੁੱਦਾ ਉਸ ਪੱਧਰ ਦੇ ਉੱਤੇ ਹੈ। ਜੀ ਹਮੀਰ ਜੀ, ਮੌਜੂਦਾ ਹਾਲਾਤ ਨੂੰ ਦੇਖ ਕੇ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ, ਗੱਲ ਚਾਹੇ ਖੇਤੀਬਾੜੀ ਦੀ ਕਰੀਏ, ਚਾਹੇ ਉਸਦੇ ਸਹਾਇਕ ਧੰਦਿਆਂ ਦੀ ਵੀ, ਕਿ ਇਹਨਾਂ ਸਾਰੇ ਧੰਦਿਆਂ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ, ਕਿਸਾਨ ਨੇ, ਇਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ। ਸਰਕਾਰਾਂ ਇਹਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਇਹਨਾਂ ਦੀਆਂ ਮੰਗਾਂ ਨੂੰ ਚੁੱਕਣ ਵਾਲੀ ਜਿੰਨੀਆਂ ਸਾਡੀ ਕਿਸਾਨ ਜਥੇਬੰਦੀਆਂ ਜਾਂ ਹੋਰ ਸਾਡੀ ਜਿੰਨੀਆਂ ਵੀ ਸੰਘਰਸ਼ ਕਰਨ ਵਾਲੀ ਜਥੇਬੰਦੀਆਂ, ਉਹਨਾਂ ਦੇ ਵਖਰੇਵੇਂ ਵੱਧਦੇ ਜਾ ਰਹੇ ਨੇ, ਉਹਨਾਂ 'ਚ ਫੁੱਟ ਪੈਂਦੀ ਜਾ ਰਹੀ ਹੈ। ਫਿਰ ਆਖਰਕਾਰ ਇਹਨਾਂ ਕਿਸਾਨਾਂ ਦੀ ਜਾਂ ਇਹਨਾਂ ਜਿਹੜੇ ਹੋਰ ਧੰਦਿਆਂ ਨਾਲ ਜੁੜੇ ਲੋਕਾਂ ਦੀ ਇਹਨਾਂ ਦੀ ਸਮੱਸਿਆਵਾਂ ਕੌਣ ਚੁੱਕੇਗਾ? ਉਹ ਹੱਲ ਕਿਵੇਂ ਹੋ ਸਕਣਗੇ? ਅਸਲ ਦੇ ਵਿੱਚ ਤਾਂ ਇਹ ਜਿਹੜਾ ਬਹੁਤ ਵੱਡਾ ਸਵਾਲ ਹੈ, ਪੋਲੀਟੀਕਲ ਸਵਾਲ ਹੈ, ਪੋਲੀਟਿਕਸ ਦਾ ਕੁਐਸਚਨ ਹੈ ਕਿ ਇੱਥੇ ਸਮਾਜ ਕਿਹੋ ਜਿਹਾ ਬਣਨਾ ਚਾਹੀਦਾ ਹੈ, ਇੱਥੇ ਰਾਜ ਪ੍ਰਬੰਧ ਕਿਹੋ ਜਿਹਾ ਚੱਲਣਾ ਚਾਹੀਦਾ ਹੈ। ਕੀ ਉਹ ਰਾਜ ਪ੍ਰਬੰਧ 'ਚ ਲੋਕਾਂ ਦੀ ਭੁਗਤ ਹੋਵੇ, ਕਿ ਲੋਕਾਂ ਦੇ ਮਸਲੇ ਹੱਲ ਹੋਣ, ਜਾਂ ਉਹਦੇ 'ਚ ਕੁਝ ਐਲੀਟ ਕੁਲੀਨ ਤੰਤਰ ਦੇ ਲੋਕ, ਕੁਝ ਪਰਿਵਾਰਾਂ ਦਾ ਰਾਜ ਹੋਵੇ, ਕੁਝ ਵਿਅਕਤੀਆਂ ਦਾ ਰਾਜ ਹੋਵੇ, ਕੁਝ ਭਾਈਚਾਰਿਆਂ ਦਾ ਰਾਜ ਹੋਵੇ, ਕੁਝ ਵਰਗਾਂ ਨੂੰ ਕਰੋੜਪਤੀ ਬਣਾਇਆ ਜਾਏ, ਬਾਕੀ ਦਿਆਂ ਨੂੰ ਰੋਜੀ ਰੋਟੀ ਤੋਂ ਮੁਤਾਜ ਕਰ ਦਿੱਤਾ ਜਾਏ। ਇਹ ਸਾਰੀਆਂ ਚੀਜ਼ਾਂ ਨੂੰ ਚਿਤਵਣ ਦਾ ਜਿਹੜਾ ਕੰਮ ਹੈ, ਉਹ ਜਾਂ ਬੌਧਿਕ ਤੌਰ 'ਤੇ ਹੁੰਦਾ, ਜਾਂ ਸਿਆਸੀ ਪੋਲੀਟੀਕਲ ਧਿਰਾਂ ਜਿਹੜੀਆਂ ਲੋਕਾਂ ਕੋਲ ਜਾਂਦੀਆਂ ਨੇ, ਜਿਹੜੀਆਂ ਕਹਿੰਦੀਆਂ ਨੇ ਮੈਨੂੰ ਵੋਟ ਪਾਓਗੇ ਤਾਂ ਮੈਂ ਇਹੋ ਜਿਹਾ ਰਾਜ ਲਾਉਂਗਾ, ਇਹ ਉਹਦਾ ਕੰਮ ਹੈ। ਉਸ ਖਾਕੇ ਦੇ ਦਾਇਰੇ ਦੇ ਵਿੱਚੋਂ ਮੈਨੂੰ ਲੱਗਦਾ ਸਾਡੀ ਸਿਆਸਤ ਬਾਹਰ ਹੋ ਗਈ। ਸਾਡੀ ਸਿਆਸਤ ਕੇਵਲ ਚੋਣਾਂ ਦੇ ਦੌਰਾਨ ਕਹਿੰਦੀ ਹੈ ਮੈਂ ਤੇਰਾ ਆਹ ਕਰ ਦੂੰ, ਆਹ 4 ਸਲੋਗਨ ਦਿੰਦੀ ਹੈ, ਅਤੇ ਵੱਡਾ ਖਾਕਾ ਜਿਹੜਾ ਉਹ ਉਹਦੇ ਮਤਲਬ ਜਿਹਨ 'ਚੋਂ, ਉਹਦੇ ਬਿਰਤਾਂਤ 'ਚੋਂ, ਉਹਦੇ ਪ੍ਰੋਗਰਾਮ 'ਚੋਂ ਬਾਹਰ ਹੈ। ਜਦ ਉਹ ਨਾ ਹੋਵੇ ਤਾਂ ਫਿਰ ਕੀ ਹੁੰਦਾ? ਫਿਰ ਉਹ ਕਿੱਤੇ ਦੀਆਂ ਜਥੇਬੰਦੀਆਂ ਤੋਂ ਉਮੀਦ ਹੁੰਦੀ ਹੈ, ਜਿਹੜੇ ਕਿੱਤੇ ਨਾਲ ਜੂਝ ਰਹੇ ਨੇ ਲੋਕ, ਚਾਹੇ ਉਹ ਕਿਸਾਨ ਨੇ, ਮਜ਼ਦੂਰ ਨੇ, ਤਬਕਾਤੀ ਜਥੇਬੰਦੀਆਂ ਨੇ, ਜਿਹੜੀਆਂ ਜਨਤਕ ਟਾਈਪ ਦੀਆਂ ਜਥੇਬੰਦੀਆਂ ਹੁੰਦੀਆਂ ਨੇ, ਜਾਂ ਬੌਧਿਕ ਕਲਾਸ ਤੋਂ ਇੱਕ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਹਦਾ ਇਹੋ ਜਿਹਾ ਮੁੱਦਾ ਬਣਾਉਂਦੇ ਨੇ ਤੇ ਸਮਾਜ ਲਈ ਜ਼ਰੂਰਤ ਬਣ ਜੇ ਕਿ ਉਹਦੇ 'ਤੇ ਵੀ ਸੋਚਿਆ ਜਾਏ। ਹੁਣ ਉਹ ਜਥੇਬੰਦੀਆਂ ਕੀ ਕਰਦੀਆਂ ਨੇ? ਜਥੇਬੰਦੀਆਂ ਦੇ ਵਿੱਚ ਅਨੇਕਾਂ ਕਿਸਮ ਦੇ ਵਖਰੇਵੇਂ ਨੇ। ਇੱਕ ਤਾਂ ਵਿਚਾਰਧਾਰਕ ਵਖਰੇਵੇਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ, ਕੋਈ ਕਿਸੇ ਵਿਚਾਰ ਨਾਲ ਹੈ, ਕੋਈ ਕਿਸੇ ਵਿਚਾਰ ਨਾਲ ਹੈ, ਕੋਈ ਕਿਸੇ ਵਿਚਾਰ ਨਾਲ ਹੈ।
ਦੂਜਾ ਜਿਹੜੇ ਉਹ ਇਸ ਪੱਧਰ ਦੇ ਉੱਤੇ ਨੇ ਜਿਹੜੇ ਨਿੱਜੀ ਹਉਮੈ ਵੀ ਨੇ, ਜੀ ਬਹੁਤ ਵੱਡੀਆਂ ਹਉਮੈਆਂ ਨੇ ਕਿ ਮੈਂ ਵੱਡਾ ਲੀਡਰ ਬਣ ਗਿਆ, ਮੇਰੇ ਨਾਲ 4 ਬੰਦੇ ਆ ਗਏ, ਮੈਂ ਪਤਾ ਨਹੀਂ ਕੀ ਹੋ ਗਿਆ, ਜਿਹੜਾ ਉਹ ਸਾਰਾ। ਔਰ ਤੀਜੀ ਗੱਲ ਇਹ ਹੈ ਕਿ ਇੱਕ ਦੂਜੇ ਤੇ ਐਲੀਗੇਸ਼ਨ ਲਾ ਕੇ ਆਪੋ ਆਪਣਾ ਕੁਨਬਾ ਬਚਾਉਣ ਰੱਖਣ ਦਾ ਜਿਹੜਾ ਇੱਕ ਛੋਟੀ ਇੱਕ ਰਣਨੀਤੀ ਉਸ ਪੱਧਰ ਦੇ ਉੱਤੇ ਚੱਲਦੀ ਹੈ। ਇਹਨੇ ਕੀ ਕੀਤਾ ਕਿ ਜਿਹੜਾ ਵਰਤਾਂਤ ਇੱਕ ਵੱਡੇ ਕਿਸਾਨ ਅੰਦੋਲਨ ਨੇ ਸਿਰਜਿਆ ਸੀ, ਜਿਹਨੇ ਦੁਨੀਆ ਭਰ ਨੂੰ ਹੁਲਾਰਾ ਦਿੱਤਾ ਸੀ, ਜਿਹਨੇ ਦੇਸ਼ ਦੇ ਵਿੱਚ ਇੱਕ ਅਲੱਗ ਟਾਈਪ ਦਾ ਮਾਹੌਲ ਬਣਾਇਆ ਸੀ, ਹੁਣ ਇਹ ਟੁੱਟਾ ਫੁੱਟਾ ਕਰਕੇ ਇੱਕ ਉਹਦਾ ਬਲਕਿ ਉਹਦੀ ਜਿਹੜੀਆਂ ਪ੍ਰਾਪਤੀਆਂ ਨੇ ਬਹੁਤ ਵੱਡੀਆਂ, ਜਿਹਨੇ ਐਡੀ ਵੱਡੀ ਸਰਕਾਰ ਨੂੰ ਪਿੱਛੇ ਮੁੜਨ ਲਈ ਮਜਬੂਰ ਕੀਤਾ, ਉਹਨੂੰ ਵੀ ਛੁਟਿਆਇਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਕੋਈ ਬੰਦਾ ਇਹ ਕਹੇ, ਜਿਹੜਾ ਕਹਿੰਦਾ ਇੱਕ ਨਵਾਂ ਬਣਿਆ ਜਿਹੜਾ ਮੰਚ ਹੈ ਕਿ ਗੈਰ ਰਾਜਨੀਤਿਕ ਹੈ, ਕੋਈ ਵੀ ਚੀਜ਼ ਜਥੇਬੰਦੀ ਹੀ ਗੈਰ ਰਾਜਨੀਤਿਕ ਨਹੀਂ ਬਣਦੀ ਹੁੰਦੀ। ਜਦ ਜਥੇਬੰਦੀ ਬਣਾਉਣ ਤੁਰ ਪਏ ਉਹਦਾ ਰਾਜਨੀਤਿਕ ਕੋਈ ਪਹਿਲੂ ਹੁੰਦਾ। ਜੀ ਬਿਲਕੁਲ। ਤੁਸੀਂ ਰੋਜ਼ ਰਾਜਨੀਤੀ ਜਿਉਂਦੇ ਹੋ, ਚਾਹੇ ਘਰ 'ਚ ਚੁੱਲ੍ਹੇ ਤੇ ਰੋਟੀ ਪਕਾਉਂਦੇ ਹੋ, ਉਹਦਾ ਵੀ ਰਾਜਨੀਤਿਕ ਕੋਈ ਨਾ ਕੋਈ ਮਕਸਦ ਤਰੀਕਾ ਹੁੰਦਾ। ਕਿਸੇ ਰਾਜਨੀਤੀ 'ਚੋਂ ਨਿਕਲਦੀਆਂ ਨੇ ਚੀਜ਼ਾਂ। ਜਦ ਹਰ ਪਾਲਿਸੀ ਸਰਕਾਰ ਦੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਉਹ ਪਾਲਿਸੀ ਬਣਾਉਂਦਾ ਕੌਣ ਹੈ? ਉਹ ਪੋਲੀਟੀਕਲ ਲੋਕ ਬਣਾਉਂਦੇ ਨੇ। ਅਤੇ ਉਹ ਪੋਲੀਟੀਕਲ ਲੋਕਾਂ ਦੀ ਪਾਲਿਸੀ ਠੀਕ ਹੈ ਜਾਂ ਨਹੀਂ, ਜਦ ਤੁਸੀਂ ਉਹਦੇ ਨਾਲ ਸਿੱਝਦੇ ਹੋ ਤਾਂ ਤੁਸੀਂ ਰਾਜਨੀਤੀ ਕਰ ਰਹੇ ਹੋ। ਜੀ ਦੋ ਵੱਖ-ਵੱਖ ਪਹਿਲੂ ਨੇ। ਇੱਕ ਪਹਿਲੂ ਇਹ ਤਾਂ ਹੋ ਸਕਦਾ ਕਿ ਸਾਡੀ ਜਥੇਬੰਦੀ ਕਿਸੇ ਸਿਆਸੀ ਪਾਰਟੀ ਦਾ ਵਿੰਗ ਨਹੀਂ ਹੈ, ਜੀ ਬਿਲਕੁਲ, ਪਰ ਅਸੀਂ ਗੈਰ ਰਾਜਨੀਤਿਕ ਹਾਂ। ਇਹ ਉਹੀ ਗੱਲ ਹੈ ਜਿਹੜੀ ਕਾਰਪੋਰੇਟ ਦੀ ਸਿਆਸਤ ਤੁਹਾਨੂੰ ਬਣਾਉਣਾ ਚਾਹੁੰਦੀ ਹੈ। ਤੁਸੀਂ ਜਾਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸੇ ਕਾਰਪੋਰੇਟ ਦੀ ਪੈਰ 'ਚ ਪੈਰ ਧਰਨ ਲੱਗ ਗਏ ਹੋ, ਜਿਹੜੀ ਗੈਰ ਸਿਆਸੀ ਦਾ ਇੱਕ ਨਾਅਰਾ ਹੁੰਦਾ ਹੈ। ਔਰ ਦੂਜੀ ਗੱਲ ਤੁਸੀਂ ਇਹ ਕਹਿ ਸਕਦੇ ਹੋ ਆਹ ਪੋਲੀਟਿਕਸ ਠੀਕ ਹੈ, ਆਹ ਨਹੀਂ ਹੈ, ਉਹ ਇੱਕ ਅਲੱਗ ਗੱਲ ਹੈ। ਕਿਸੇ ਇੱਕ ਪੋਲੀਟੀਕਲ ਪਾਰਟੀ ਦਾ ਵਿੰਗ ਨਹੀਂ ਹੋਣਾ ਚਾਹੀਦਾ। ਜੇ ਇੱਕ ਦਾ ਵਿੰਗ ਬਣਦਾ ਤਾਂ ਟੁੱਟਾਂ ਪੈਂਦੀਆਂ ਨੇ, ਕਿਉਂਕਿ ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਹੁੰਦੀਆਂ ਨੇ। ਔਰ ਦੂਜੀ ਗੱਲ ਇਹ ਹੈ ਕਿ ਜੇ ਕੋਈ ਕਹਿੰਦਾ ਕਿ ਮੇਰੀ ਹੀ ਧਿਰ ਠੀਕ ਹੈ ਇਕੱਲੀ ਅਤੇ ਬਾਕੀ ਨੂੰ ਕੁਝ ਆਉਂਦਾ ਹੀ ਨਹੀਂ ਹੈ, ਇਹ ਚੀਜ਼ਾਂ ਤਾਂ ਪਿਛਲੇ 40 50 60 70 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਆਪਾਂ। ਅਤੇ ਕੀ ਕੀਤਾ? ਪਾਲਿਸੀ ਤੁਹਾਡੇ ਉਲਟ ਜਾ ਰਹੀ ਹੈ। ਜੀ ਬਿਲਕੁਲ। ਪਾਲਿਸੀ ਕਾਰਪੋਰੇਟ ਦੀ ਚੱਲ ਰਹੀ ਹੈ। ਤੁਸੀਂ ਆਪੋ ਆਪਣਾ ਸਹੀ ਹੋਣ ਦਾ ਦਾਅਵਾ ਕਰੀ ਜਾਓ, ਕੋਈ ਫਰਕ ਨਹੀਂ ਪੈਂਦਾ। ਔਰ ਤੁਹਾਡੇ ਸਾਹਮਣੇ ਬਹੁਤਾ ਪੁਰਾਣਾ ਨਹੀਂ, ਬਹੁਤ ਨੇੜਲਾ ਤਜਰਬਾ ਹੈ। ਜਦ ਤੁਸੀਂ ਇਹ ਵੰਡਾਂ ਛੱਡ ਕੇ, ਜਦ ਤੁਸੀਂ ਵਿਚਾਰਧਾਰਕ ਵਖਰੇਵੇਂ ਛੱਡ ਕੇ, ਜਦ ਤੁਸੀਂ ਛੋਟਾ ਜਾਂ ਵੱਡਾ ਹੋਣ ਦੀ ਗੱਲ ਛੱਡ ਕੇ, ਜਦ ਤੁਸੀਂ ਨਿੱਜੀ ਹਉਮੈ ਛੱਡ ਕੇ ਇਕੱਠੇ ਹੋਏ, ਉਹਦਾ ਨਤੀਜਾ ਤੁਹਾਡੇ ਸਾਹਮਣੇ ਸੀ। ਸਰਕਾਰ ਨੂੰ ਪਿੱਛੇ ਹਟਣਾ ਪਿਆ। ਤੁਸੀਂ ਆਪੋ ਆਪਣੀ ਜਥੇਬੰਦੀ ਰੱਖੋ, ਆਪੋ ਆਪਣੀ ਵਿਚਾਰਧਾਰਾ ਰੱਖੋ, ਕਿ ਸਿਆਸੀ ਕੋਈ ਗੈਰ ਸਿਆਸੀ, ਉਹ ਅਲੱਗ ਸਵਾਲ ਨੇ, ਪਰ ਆਪਣੀਆਂ ਹਉਮੈਆਂ ਛੱਡ ਕੇ ਜਿੰਨਾ ਚਿਰ ਕਿਸਾਨ ਮਜ਼ਦੂਰ ਦਾ ਇੱਕ ਸਾਂਝਾ ਕੋਈ ਪਲੇਟਫਾਰਮ ਉਸ ਲੈਵਲ 'ਤੇ ਨਹੀਂ ਬਣਦਾ, ਔਰ ਉਹ ਪਲੇਟਫਾਰਮ ਸਾਂਝੀਆਂ ਘੱਟੋ ਘੱਟ ਏਜੰਡੇ 'ਤੇ ਬਣੂਗਾ, ਖਲਾਚ ਨਹੀਂ ਬਣੂਗਾ। ਪਹਿਲਾਂ ਮੱਥਾਮਾਰੀ ਇਹ ਕਰਨਾ ਪਏਗਾ ਕਿ ਉਹ ਕਿਹੜਾ ਮੁੱਦਾ ਜਿਹਦੇ ਮੁੱਦੇ 'ਤੇ ਆਪਾਂ ਸਾਂਝੇ ਹੋ ਸਕਦੇ ਹਾਂ। ਜਿਹੜੇ ਵਖਰੇਵੇਂ ਵਾਲੇ ਨੇ ਉਹ ਛੱਡੇ ਜਾ ਸਕਦੇ ਨੇ, ਔਰ ਉਹ ਸਾਂਝ ਵਾਲੇ ਜਿਹੜੇ ਮੁੱਦਿਆਂ ਦੇ ਉੱਤੇ ਜੇ ਡਿਬੇਟ ਕਰਕੇ ਸੰਵਾਦ ਰਚਾ ਕੇ ਤੁਸੀਂ ਇਕੱਠੇ ਹੁੰਦੇ ਹੋ, ਜਿਵੇਂ ਜਿਹੜਾ ਉਹ ਅੰਦੋਲਨ ਸੀ ਪਹਿਲਾਂ, ਸਭ ਤੋਂ ਪਹਿਲਾਂ ਉਹਦਾ ਘੱਟੋ ਘੱਟ ਪ੍ਰੋਗਰਾਮ ਕੀ ਸੀ? ਉਹ ਸੀ ਆ 3 ਕਾਲੇ ਕਾਨੂੰਨ ਵਾਪਸ ਕਰਾਉਣਾ। ਜੀ ਫਿਰ ਨਵੀਂ ਸਹਿਮਤੀ ਨਾਲ ਕੀ ਗੱਲ ਆ ਗਈ ਵਿੱਚ? ਉਹ ਆ ਗਈ MSP ਦੀ ਗਰੰਟੀ। ਇਹ ਚਾਰੇ ਮੰਗਾਂ ਸੀ। ਫਿਰ ਵਿੱਚ ਜੁੜਦੀ ਗਈ ਇੱਕ ਆ ਗਈ ਬਿਜਲੀ ਬਿੱਲ, ਫਿਰ ਇੱਕ ਜੁੜ ਗਈ ਕਿ ਇਨਵਾਇਰਨਮੈਂਟ ਦਾ ਇੱਕ ਉਹ ਆ ਗਿਆ ਜੀ, 1 ਕਰੋੜ ਰੁਪਇਆ ਜੁਰਮਾਨਾ, ਉਹ ਨਹੀਂ ਕਰਨਾ। ਕੁਝ ਗੱਲਾਂ ਆਪਸੀ ਸਹਿਮਤੀ ਨਾਲ ਜੁੜਦੀਆਂ ਗਈਆਂ, ਉਹ ਏਜੰਡਾ ਬਣ ਗਿਆ। ਬਿਲਕੁਲ। ਹੁਣ ਇਸ ਸਮੇਂ ਕੀ ਕਿਸਾਨੀ ਕਰਜ਼ੇ ਦਾ ਮੁੱਦਾ, ਕੀ ਘੱਟੋ ਘੱਟ ਕਾਨੂੰਨ ਦੀ ਗਰੰਟੀ ਦਾ ਜਿਹੜਾ ਸਵਾਲ ਹੈ, ਉਹ ਸਾਰੇ ਮਾਮਲੇ ਨੇ। ਕੀ ਜਿਹੜੇ ਕੁਦਰਤੀ ਸਰੋਤ ਬਚਾਉਣ ਦਾ ਮਾਮਲਾ, ਪਾਣੀਆਂ ਦੇ ਮਾਮਲੇ 'ਚ ਡਾਇਵਰਸੀਫਿਕੇਸ਼ਨ ਦੇ ਜਿਹੜੇ ਸਵਾਲ ਨੇ, ਇਹ ਘੱਟੋ ਘੱਟ ਪ੍ਰੋਗਰਾਮ ਦਾ ਏਜੰਡਾ ਨਹੀਂ ਬਣ ਸਕਦਾ। ਬਿਲਕੁਲ। ਜੇ ਘੱਟੋ ਘੱਟ ਪ੍ਰੋਗਰਾਮ ਦਾ ਏਜੰਡਾ ਕੀ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਕੰਪਨਸੇਸ਼ਨ ਦੇਣ ਦਾ ਜਿਹੜਾ ਸਵਾਲ ਹੈ, ਜਿਹੜੇ ਉਹ ਪਰਿਵਾਰ ਆਪਣੇ ਪੈਰਾਂ 'ਤੇ ਖੜੇ ਹੋ ਸਕਣ, ਉਹਨਾਂ ਦੇ ਜਵਾਕ ਪੜ੍ਹ ਸਕਣ, ਉਹਨਾਂ ਨੂੰ ਚੰਗੀ ਸਿਹਤ ਮਿਲ ਸਕੇ, ਉਹ ਪੀੜ੍ਹੀ ਉਹਨਾਂ ਦੀ ਬਰਬਾਦ ਨਾ ਹੋ ਜਾਏ, ਅਗਲੀ ਪੀੜ੍ਹੀ, ਇਹ ਉਸ ਏਜੰਡੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਔਰ ਇਹ ਵੱਡੇ ਮੰਗਾਂ ਦੇ ਤੌਰ 'ਤੇ ਇਕੱਠਾ ਇੱਕ ਪਲੇਟਫਾਰਮ ਜੇ ਉਹ ਏਜੰਡੇ ਦੇ ਤੌਰ 'ਤੇ ਹਿੱਸੇਦਾਰ ਬਣ ਕੇ ਕਰਨਗੇ, ਤਾਂ ਮੈਨੂੰ ਲੱਗਦਾ ਕਿ ਸਮਾਜ ਉਹ ਸਮੁੱਚਤਾ ਦੇ ਨਾਲ ਉੱਠਦਾ। ਫਿਰ ਬਾਕੀ ਲੋਕ ਉਹਨੂੰ ਹੋਂਦ ਦੀ ਲੜਾਈ ਬਣਾ ਕੇ ਲੜਦੇ ਨੇ। ਔਰ ਜਿਹੜੀ ਹੋਂਦ ਦੀ ਲੜਾਈ ਇਹ ਕਹਿੰਦੇ ਸੀ ਕਿ ਉਸ ਸੰਘਰਸ਼ ਦੇ ਦੌਰਾਨ ਹੈ, ਤਾਂ ਅੱਜ ਹੋਂਦ ਦੀ ਲੜਾਈ ਨਹੀਂ ਬਚੀ। ਹੁਣ ਹੋਂਦ ਬਰਕਰਾਰ ਹੈ। ਜੇ ਹੁਣ ਵੀ ਹੋਂਦ ਦੀ ਲੜਾਈ ਹੈ ਤਾਂ ਸਮੁੱਚੇ ਲੋਕਾਂ ਨੂੰ ਕੋਸ਼ਿਸ਼ ਕਰੋ ਕਿ ਉਹਦੇ 'ਚ ਆਉਣ, ਸਾਰੀਆਂ ਜਥੇਬੰਦੀਆਂ ਆਉਣ। ਨਹੀਂ ਠੀਕ ਹੈ, 4 ਦਿਨ ਕੋਈ ਲੀਡਰ 4 ਦਿਨ ਟੈਲੀਵਿਜ਼ਨਾਂ 'ਤੇ ਬੋਲ ਲੇਗਾ, 2 ਦਿਨ ਅਖਬਾਰਾਂ 'ਚ ਖਬਰਾਂ ਛਪ ਜਾਣਗੀਆਂ, ਇੰਨਾ ਤਾਂ ਹੋਏਗਾ। ਪਰ ਉਹ ਇੱਕ ਦਬਾਅ ਰਹੇਗਾ, ਪਰ ਉਹ ਦਬਾਅ ਓਡਾ ਵੱਡਾ ਨਹੀਂ ਹੋਏਗਾ ਜਿੱਡੀ ਵੱਡੀ ਚੁਣੌਤੀ ਹੈ। ਉਹਨੂੰ ਚੁਣੌਤੀ ਨੂੰ ਸਰ ਕਰਨ ਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਬਹੁਤ ਵੱਡੀ
ਗਰੁੱਪ ਚਾਹੀਦਾ, ਬਹੁਤ ਵੱਡਾ ਲੋਕਾਂ ਦੀ ਏਕਾ ਚਾਹੀਦਾ, ਤੇ ਉਹ ਲੋਕਾਂ ਦੀ ਆਪਣੀ ਇੱਕ ਸਿਆਸਤ ਚਾਹੀਦੀ ਹੈ, ਜਿਹੜੀ ਸਿਆਸਤ ਮੁੜ ਕੇ ਕਾਰਪੋਰੇਟ ਏਜੰਡਾ ਤੇ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਖਿਲਾਫ, ਜਿਹੜੀ ਫੈਡਰਲਿਜ਼ਮ ਦੀ ਹੋਵੇ, ਜਿਹੜੀ ਲੋਕਾਂ ਨੂੰ ਇੰਪਾਵਰ ਕਰਨ ਦੀ ਹੋਵੇ, ਤਾਕਤਵਰ ਬਣਾਉਣ ਦੀ ਹੋਵੇ, ਜਿਹੜੀ ਕਾਰਪੋਰੇਟ ਦੀ ਬਜਾਏ ਕਾਮਨ ਮੈਨ ਨੂੰ ਰੁਜ਼ਗਾਰ ਦੇਣ ਦੀ, ਸਿੱਖਿਆ, ਸਿਹਤ ਤੇ ਬਾਕੀ ਸਹੂਲਤਾਂ ਦੀ ਹੋਵੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।